ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਕੀ ਮਨ ਹੀ ਮਾਹੇ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ। ਮਨ ਕੀ ਮਨ ਹੀ ਮਾਹੇ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ। ਰਹਾਉ। ਦਾਰਾ ਮੀਤ ਪੂਤ ਰਥ ਸੰਪਤ। ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆ ਏ ਜਾਨੋ। ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ। ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ। ਸਿਮਰਤ ਕਹਾ ਨਹੀਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ। ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ। ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਆਪਾਂ ਨੂੰ ਪਾਵਨ ਸ੍ਰੀ ਮੁਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ, ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਮੂਹ ਮਾਈ ਭਾਈ ਸੰਗਤੀ ਰੂਪ ਵਿੱਚ ਇਕੱਤਰ ਹੋਏ ਹਾਂ। ਅੱਜ ਸਾਹਿਬੇ ਕਮਾਲ ਪੰਥ ਦੇ ਵਾਲੀ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਹੈ। ਆਪ ਸੰਗਤਾਂ 2 ਦਿਨ ਪਹਿਲਾਂ ਸਰਵਣ ਕਰ ਚੁੱਕੇ ਹੋ ਕਿ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਪਰ ਸ਼ਬਦ ਗੁਰੂ ਨੂੰ ਸਰਬ ਉੱਚਤਾ ਦੇਣ ਦੀ ਜੋ ਸ਼ੁਰੂਆਤ ਸੀ,
ਉਹ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਤੋਂ ਹੋ ਚੁੱਕੀ ਸੀ। ਵੱਖ-ਵੱਖ ਜਾਮਿਆਂ ਅੰਦਰ ਇਹ ਕਾਰਜ ਚੱਲਦਾ ਰਿਹਾ ਤੇ 10ਵੇਂ ਜਾਮੇ ਵਿੱਚ ਆਣ ਕਰਕੇ ਇਸ ਨੂੰ ਸੰਪੂਰਨ ਕੀਤਾ, ਸੰਪੂਰਨਤਾ ਦੀ ਮੋਹਰ ਲਾਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਸਿੱਧ ਮਿਲਦੇ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਸਵਾਲ ਕੀਤੇ। ਉਹਨਾਂ ਇਹ ਵੀ ਸਵਾਲ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣਹੁ ਤੁਮ ਬਾਲੇ। ਪਹਿਲਾ ਸਵਾਲ ਸੀ ਉਹਨਾਂ ਦਾ ਕਿ ਇਸ ਮਨੁੱਖਾ ਸਰੀਰ ਦਾ ਮੁੱਢ ਕੀ ਹੈ, ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਤਰ ਦਿੱਤਾ ਸੀ, ਪਾਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਉਹਨਾਂ ਪੁੱਛਿਆ ਸੀ ਸਰੀਰ ਦਾ ਮੁੱਢ ਕੀ ਹੈ, ਤੇ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ, ਪਾਵਨ ਆਰੰਭ, ਕਿ ਸਵਾਸ ਇਸ ਸਰੀਰ ਦਾ ਮੂਲ ਹੈ, ਮੁੱਢ ਹੈ। ਸਾਹ ਚੱਲਦੇ ਹੈ ਤੇ ਸਰੀਰ ਹੈ, ਜੇ ਸਾਹ ਨਹੀਂ ਤੇ ਸਰੀਰ ਕਿਸੇ ਕੰਮ ਦਾ ਨਹੀਂ। ਤੇ ਦੂਸਰਾ ਉਹਨਾਂ ਦਾ ਸਵਾਲ ਸੀ, ਕਵਣ ਮੂਲ ਤੇ ਕਵਣ ਮਤ ਵੇਲਾ। ਉਹ ਕਿਹੜਾ ਸਮਾਂ, ਉਹ ਕਿਹੜਾ ਵੇਲਾ ਵਾ ਜਿਸ ਵੇਲੇ ਗੁਰੂ ਦੀ ਸਿੱਖਿਆ ਲਈ ਜਾ ਸਕਦੀ ਹੈ। ਸਤਿਗੁਰਾਂ ਨੇ ਦੂਸਰੇ ਸਵਾਲ ਦਾ ਉੱਤਰ ਦਿੱਤਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ। ਇਹ ਮਨੁੱਖਾ ਜਨਮ ਸਾਰਾ ਹੀ ਗੁਰੂ ਦੀ ਸਿੱਖਿਆ ਲੈਣ ਦਾ ਹੀ ਵੇਲਾ ਵਾ। ਸੱਚੇ ਪਾਤਸ਼ਾਹ ਜੀ ਦੇ ਕਹਿਣ ਤੋਂ ਭਾਵ ਸੀ ਵੀ ਇੱਕ ਸਾਹ ਵੀ ਵਿਅਰਥ ਨਹੀਂ ਜਾਣਾ ਚਾਹੀਦਾ। ਸਾਹ ਮੁੱਢ ਹੈ ਇਸ ਸਰੀਰ ਦਾ, ਤੇ ਗੁਰੂ ਦੀ ਸਿੱਖਿਆ ਲਏ ਤੋਂ ਬਿਨਾਂ, ਗੁਰੂ ਦੀ ਯਾਦ ਤੋਂ ਬਿਨਾਂ ਫਿਰ ਇਹ ਸਾਹ ਵਿਅਰਥ ਵੀ ਨਹੀਂ ਜਾਣਾ ਚਾਹੀਦਾ। ਕਿਉਂਕਿ ਜੇ ਮੁੱਢ ਹੀ ਵਿਅਰਥ ਚਲਾ ਗਿਆ ਤੇ ਫਿਰ ਰੁੱਖ ਕਿੱਥੋਂ ਬਣੇਗਾ ਜੇ ਜੜ ਹੀ ਤਿਆਗ ਦਿੱਤੀ। ਪਵਨ ਆਰੰਭ ਸਤਿਗੁਰ ਮਤ ਵੇਲਾ। ਤੇ ਤੀਸਰਾ ਸਵਾਲ ਸੀ ਵੀ ਤੇਰਾ ਕਵਣ ਗੁਰੂ, ਤੇ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਸੀ ਸ਼ਬਦ ਗੁਰੂ। ਸਾਡਾ ਗੁਰੂ ਸ਼ਬਦ ਹੈ। ਤੇ ਉਹਨਾਂ ਨੇ ਇਹ ਵੀ ਸਵਾਲ ਕੀਤਾ ਸੀ ਵੀ ਤੁਸੀਂ ਕਿਸ ਦੇ ਚੇਲੇ ਹੋ। ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਸੀ ਸੁਰਤ ਧੁਨ ਚੇਲਾ। ਸਾਡੀ ਸੁਰਤ ਉਸ ਸ਼ਬਦ ਦੇ ਵਿੱਚ, ਧੁਨੀ ਰੂਪ ਵਿੱਚ, ਭਾਵ ਹਰ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਜੋ ਜੁੜੀ ਹੋਈ ਹੈ, ਇਹ ਚੇਲਾ। ਸੁਰਤ ਨੂੰ ਅਸੀਂ ਚੇਲਾ ਬਣਾਇਆ, ਸ਼ਬਦ ਨੂੰ ਅਸੀਂ ਗੁਰੂ ਬਣਾਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚੌਥੇ ਜਾਮੇ ਵਿੱਚ ਵੀ ਪ੍ਰੋੜਤਾ ਕੀਤੀ ਹੈ, ਬਾਣੀ ਗੁਰੂ। ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਅਗੇਰਾਂ ਇਸ ਸੰਕਲਪ ਨੂੰ ਲਿਜਾਇਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨ ਭਾਈ ਸਾਹਿਬ ਸਰੂਪ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਲਿਖਾ ਕਰਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲੀ ਵੇਰ ਪ੍ਰਕਾਸ਼ ਕਰਵਾਇਆ, ਜਿਸ ਵਿੱਚ 5 ਗੁਰੂ ਸਾਹਿਬਾਨ ਜੀ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਦਰਜ ਕੀਤੀ। ਸਿੱਖ ਨੇ ਸ਼ਬਦ ਦਾ ਸਤਿਕਾਰ ਕਿੰਨਾ ਕਰਨਾ, ਕਿੰਨਾ ਅਦਬ ਰੱਖਣਾ, ਉਸ ਦੇ ਵਿੱਚ ਸ਼ਬਦ ਵਾਸਤੇ ਸਿੱਖ ਦੇ ਹਿਰਦੇ ਵਿੱਚ ਸ਼ਰਧਾ ਕਿੰਨੀ ਕੁ ਚਾਹੀਦੀ ਹੈ। ਨਾਲ ਦੀ ਨਾਲ ਪੂਰਨੇ ਵੀ ਪੈਂਦੇ ਰਹੇ।
ਜ਼ਿਕਰ ਮਿਲਦਾ ਇਤਿਹਾਸ ਵਿੱਚ ਪੰਜਵੇਂ ਪਾਤਸ਼ਾਹ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਪੋਥੀਆਂ ਲੈ ਕਰਕੇ ਆਏ ਗੁਰਬਾਣੀ ਦੀਆਂ, ਤੇ ਨੰਗੇ ਪੈਰੀਂ ਆਏ ਸੱਚੇ ਪਾਤਸ਼ਾਹ। ਆਪ ਚੌਰ ਸਾਹਿਬ ਕਰਦੇ ਆਏ, ਪੈਰੀਂ ਜੋੜਾ ਵੀ ਨਹੀਂ ਸੀ ਪਾਇਆ। ਅਸਲ ਦੇ ਵਿੱਚ ਇਹ ਸਾਡੇ ਵਾਸਤੇ ਪੂਰਨੇ ਸੀ ਕਿ ਜਿਸ ਨੂੰ ਤੁਹਾਨੂੰ ਗੁਰੂ ਬਣਾ ਕੇ ਦੇਣਾ, ਉਸ ਨੂੰ ਮੰਨਣਾ ਕਿਵੇਂ ਹੈ, ਉਸ ਦੇ ਪ੍ਰਤੀ ਸ਼ਰਧਾ ਕਿਵੇਂ ਰੱਖਣੀ ਹੈ, ਉਸ ਦੇ ਪ੍ਰਤੀ ਗੁਰਸਿੱਖਾਂ ਨੇ ਸਤਿਕਾਰ ਕਿਵੇਂ ਰੱਖਣਾ। ਤੇ ਸਤਵੇਂ ਪਾਤਸ਼ਾਹ ਜੀ ਦੇ ਬੋਲ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਦਰਜ ਕੀਤੇ ਆ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਨਹੁ ਸੋ ਸਿੱਖ ਨਹੀਂ ਹਮਾਰਾ। ਸੱਚੇ ਪਾਤਸ਼ਾਹ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਗੁਰਬਾਣੀ ਦਾ ਸਤਿਕਾਰ ਹੀ ਨਹੀਂ ਕਰਦਾ, ਅਦਬ ਹੀ ਨਹੀਂ ਕਰਦਾ, ਉਹ ਸਾਡਾ ਸਿੱਖ ਹੀ ਨਹੀਂ। ਸਿੱਖ ਉਹ ਹੈ ਜਿਹੜਾ ਬਾਣੀ ਦਾ ਸਤਿਕਾਰ ਕਰਦਾ, ਬਾਣੀ ਦਾ ਅਦਬ ਕਰਦਾ। ਤੇ ਉਹ ਸਿੱਖ ਕਾਹਦਾ ਜਿਹੜਾ ਅਦਬ ਹੀ ਨਹੀਂ ਕਰਦਾ, ਸਤਿਕਾਰ ਹੀ ਨਹੀਂ ਕਰਦਾ। ਅਸਲ ਦੇ ਵਿੱਚ ਇਹ ਗਾਹੇ ਅਵਗਾਹੇ ਜਿਹੜੇ ਬਚਨ, ਜਿਹੜੇ ਸਾਖੀਆਂ ਇਤਿਹਾਸ ਵਿੱਚ ਘਟੀਆਂ, ਉਹ ਸਾਡੇ ਵਾਸਤੇ ਪੂਰਨੇ ਆ ਵੀ ਇੱਕ ਸਿੱਖ ਨੇ ਗੁਰਬਾਣੀ ਨੂੰ, ਸ਼ਬਦ ਗੁਰੂ ਨੂੰ ਕਿੰਨਾ ਕੁ ਵੱਡਾ ਜਾਣਨਾ ਆਪਣੇ ਹਿਰਦੇ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦਾ ਜ਼ਿਕਰ ਹੈ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ, ਕਿ ਗੁਰਬਾਣੀ ਦੀ ਸੰਥਿਆ ਵੀ ਜ਼ਰੂਰੀ ਹੈ। ਸੰਥਿਆ ਤੋਂ ਬਿਨਾਂ ਸ਼ੁੱਧ ਪਾਠ ਨਹੀਂ ਪੜ੍ਹ ਸਕਦਾ ਸਿੱਖ। ਸਿੱਖ ਨੂੰ ਤਾੜਨਾ ਕਰਵਾਈ ਗਈ। ਸਾਖੀ ਤੁਸੀਂ ਸਾਰੇ ਜਾਣਦੇ ਹੋ। ਜੋ ਸਿੱਖ ਗੁਰਬਾਣੀ ਦੀ ਤੁਕ ਪੜ੍ਹ ਰਿਹਾ ਸੀ ਕਿ ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੇ ਗੁਰ ਸੂਰਾ। ਕੈ ਕੱਕੇ ਨੂੰ ਦਲਾਵਾਂ ਤੋਂ ਭਾਵ ਅਰਥ ਹੈ ਜਾਂ, ਤੇ ਸਿੱਖ ਪੜ੍ਹ ਰਿਹਾ ਸੀ ਕੇ ਤੋਂ ਭਾਵ ਵੀ ਨਹੀਂ। ਇੰਨਾ ਫਰਕ ਪੈ ਜਾਂਦਾ ਇੱਕ ਮਾਤਰਾ ਵਧਣ ਨਾਲ, ਇੱਕ ਮਾਤਰਾ ਘਟਣ ਨਾਲ। ਕੈ ਦੇ ਨਾਲ ਭਾਵ ਬਣਦਾ ਸੀ ਵੀ ਪਰਮੇਸ਼ਰ ਦੀ ਗਤ ਮਿਤ, ਉਸ ਦੀ ਬੇਅੰਤਤਾਈ ਪਰਮੇਸ਼ਰ ਜਾਣਦਾ। ਤੇ ਕੈ ਜਾਣੇ ਗੁਰ ਸੂਰਾ, ਦਲਾਵਾਂ ਲਾ ਕੇ ਜੇ ਪੜਾਂਗੇ ਤੇ ਅਰਥ ਭਾਵ ਬਣਦਾ ਵੀ ਜਾਂ ਫਿਰ ਗੁਰੂ ਸੂਰਮਾ ਜਾਣਦਾ, ਜਿਹੜਾ ਉਸ ਦਾ ਸਰਗੁਣ ਸਰੂਪ ਇਸ ਧਰਤੀ ਤੇ ਆਇਆ ਹੋਇਆ। ਤੇ ਕੇ ਜਾਣੇ ਗੁਰ ਸੂਰਾ, ਉਹਦਾ ਫਿਰ ਅਰਥ ਇਹ ਬਣ ਗਿਆ ਵੀ ਗੁਰੂ ਸੂਰਮਾ ਨਹੀਂ ਜਾਣਦਾ। ਤਾੜਨਾ ਕਰਵਾਈ। ਗੁਰਸਿੱਖ ਨੇ ਬੇਨਤੀ ਕੀਤੀ ਵੀ ਸਮਝ ਸੂਝਨੀ, ਅਰਥ ਬੋਧ ਕਰਾਓ, ਸੰਥਿਆ ਕਰਾਓ, ਅਰਥ ਪੜ੍ਹਾਓ। ਸਤਿਗੁਰਾਂ ਨੇ ਵਾਅਦਾ ਕੀਤਾ ਸੀ। ਉਹ ਫਿਰ ਵਾਅਦਾ ਅਨੰਦਪੁਰ ਸਾਹਿਬ ਛੱਡਿਆ ਜੀ। ਸਰਸਾ ਨਦੀ ਤੇ ਜੰਗ ਹੋਇਆ। ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਪੰਥ ਖਾਲਸੇ ਦਾ 5 ਸਿੰਘਾਂ ਦਾ ਹੁਕਮ ਮੰਨ ਕੇ ਤੇ ਤਾੜੀ ਮਾਰ ਕੇ ਰਾਤ ਨੂੰ ਨਿਕਲਦੇ ਆ। ਤਾੜੀ ਮਾਰ ਕੇ ਨਿਕਲਣ ਦਾ ਅਰਥ ਇਹ ਸੀ ਵੀ ਗੁਰੂ ਕੋਈ ਲੁਕ ਛਿਪ ਕੇ ਨਹੀਂ ਚੱਲਿਆ। ਇਹ ਕਹਿਣ ਤੋਂ ਭਾਵ ਸਪਸ਼ਟ ਇਹ ਸੀ ਵੀ ਜੇ ਕਿਸੇ ਵਿੱਚ ਹਿੰਮਤ ਹੈ ਤੇ ਫੜ ਸਕਦਾ। ਪੀਰੇ ਹਿੰਦ ਮੇਰਵਦ। ਪਰ ਕੌਣ ਫੜ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ? ਉਹ ਸਤਿਗੁਰੂ। ਇੰਨੀ ਸਮਰੱਥਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ, ਜਿਨ੍ਹਾਂ ਨੇ ਰਹਿਮਤ ਕੀਤੀ, ਬਖਸ਼ਿਸ਼ ਪਾਈ ਆਪਣੇ ਖਾਲਸੇ ਪੰਥ ਅੰਦਰ। ਤੇ ਕੱਲਾ ਕੱਲਾ ਸਿੰਘ 1.25 ਲੱਖ ਤੇ ਭਾਰੂ ਪੈਂਦਾ ਰਿਹਾ। ਉਸ ਗੁਰੂ ਵਿੱਚ ਕਿੰਨੀ ਕੁ ਸਮਰੱਥਾ ਹੋਵੇਗੀ, ਇਸ ਗੱਲ ਤੋਂ ਸਪਸ਼ਟ ਪ੍ਰਾਪਤ ਹੋ ਜਾਂਦੇ ਅਰਥ ਵੀ ਜਿਸ ਗੁਰੂ ਨੇ ਰਹਿਮਤ ਬਖਸ਼ਿਸ਼ ਖਾਲਸੇ ਪੰਥ ਵਿੱਚ ਇੰਨੀ ਪਾ ਦਿੱਤੀ ਵੀ ਇੱਕ ਇੱਕ ਸਿੰਘ 1.25 ਲੱਖ ਤੇ ਭਾਰੂ ਕਰ ਦਿੱਤਾ, ਉਸ ਗੁਰੂ ਵਿੱਚ ਕਿੰਨੀ ਕੁ ਸਮਰੱਥਾ ਹੋਵੇਗੀ। ਤਾਂ ਹੀ ਫਿਰ 10 ਲੱਖ ਦੇ ਘੇਰੇ ਨੂੰ ਵੀ ਵੰਗਾਰ ਕੇ ਤਾੜੀ ਮਾਰ ਕੇ ਨਿਕਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਸ੍ਰੀ ਮੁਕਤਸਰ ਸਾਹਿਬ ਜੀ ਦੀ ਫੈਸਲਾ ਕੁਨ ਜੰਗ, 14ਵੀਂ ਜੰਗ ਜਿੱਤ ਪ੍ਰਾਪਤ ਹੋਈ। ਸ੍ਰੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸੱਚੇ ਪਾਤਸ਼ਾਹ ਜੀ ਨੇ ਪਾਵਨ ਸਵਰੂਪ ਲਿਖਾਇਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ ਕੰਠੋਂ ਉਚਾਰ ਕੇ ਇੱਕ ਓੰਕਾਰ 18 10 20 ਤੱਕ ਸਾਰੀ ਬਾਣੀ
ਕੰਠੋਂ ਉਚਾਰੀ। ਜਿੰਨੀ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਰਜ ਕੀਤੀ ਸੀ ਪੰਜਵੇਂ ਸਤਿਗੁਰਾਂ ਤੱਕ, ਭੱਟਾਂ ਦੀ, ਗੁਰ ਸਿੱਖਾਂ ਦੀ, ਭਗਤਾਂ ਦੀ, ਉਸ ਤੋਂ ਇਲਾਵਾ ਫਿਰ ਨਾਵੇਂ ਪਾਤਸ਼ਾਹ, ਅੱਜ ਵੇਖੋ ਹੁਕਮਨਾਮਾ ਸਾਹਿਬ ਵੀ ਨਾਵੇਂ ਪਾਤਸ਼ਾਹ ਜੀ ਦਾ ਆਇਆ ਜੀ। ਨਾਵੇਂ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਾਰੀ ਬਾਣੀ ਦਰਜ ਕਰਵਾਈ। ਜਿੱਥੇ ਸਵੇਰ ਵੇਲੇ ਸੱਚੇ ਪਾਤਸ਼ਾਹ ਜੀ ਬਾਣੀ ਲਿਖਾਉਂਦੇ, ਸੰਧਿਆ ਵੇਲੇ ਸੰਥਿਆ ਵੀ ਕਰਵਾਉਂਦੇ ਤੇ ਕਥਾ ਵੀ ਕਰਦੇ। ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਕੰਠੋਂ ਉਚਾਰ ਕੇ ਲਿਖਵਾਈ ਵੀ, ਸੰਥਿਆ ਵੀ ਪਹਿਲੀ ਵੇਰ ਆਪ ਕਰਵਾਈ ਤੇ ਪਹਿਲੀ ਕਥਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਖੁਦ ਕੀਤੀ। ਕਿੰਨਾ ਪਿਆਰ ਕਰਦੇ ਸਨ ਖਾਲਸੇ ਦੇ ਨਾਲ। ਸਮੁੱਚਾ ਸਰਬੰਸ ਵਾਰਿਆ ਜੀ। ਤੇ ਮਾਤਾਵਾਂ ਨੇ ਪੁੱਛਿਆ ਵੀ ਸਾਹਿਬਜ਼ਾਦੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਵੀ ਸਾਹਿਬਜ਼ਾਦੇ ਦਿਖਾਈ ਨਹੀਂ ਦਿੰਦੇ। ਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਾਣ ਦਿੱਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੋ ਭਇਆ ਜੀਵਤ ਕਈ ਹਜ਼ਾਰ। ਸਾਡੇ ਵਾਲੀ ਬਾਹਾਂ ਲਾਰ ਕੇ ਕਿਹਾ ਸੀ ਨਾ ਵੀ ਖਾਲਸਾ ਪੰਥ ਜਿਉਂਦਾ ਤੇ ਲੱਖਾਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਵਿੱਚ ਜਿਉਂਦਾ। ਸਾਨੂੰ ਮਾਣ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਫਿਰ ਸੱਚੇ ਪਾਤਸ਼ਾਹ ਜੀ ਨੰਦੇੜ ਦੀ ਧਰਤੀ ਤੇ ਕੱਤਕ ਸੁਦੀ ਦੂਜ ਸੰਮਤ ਬਿਕਰਮੀ 1765 ਈਸਵੀ ਸਨ 1708 ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੇ ਤਖਤ ਤੇ ਗੁਰਤਾ ਗੱਦੀ ਦੇ ਤਖਤ ਉੱਪਰ ਹੀ ਬਿਰਾਜਮਾਨ ਕਰ ਦਿੱਤਾ। ਬੜੇ ਸਵਾਲ ਕੀਤੇ ਜੀ, ਕਿਉਂਕਿ ਕੱਤਕ ਸੁਦੀ ਦੂਜ ਨੂੰ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਤਖਤ ਉੱਪਰ ਸੁਭਾਏਮਾਨ ਕਰ ਦਿੱਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ। ਉਸ ਤੋਂ 2 ਦਿਨ ਕੱਤਕ ਸੁਦੀ ਤੀਜ ਤੇ ਕੱਤਕ ਸੁਦੀ ਚੌਥ ਗੁਰਸਿੱਖਾਂ ਨੇ ਸਵਾਲ ਕੀਤੇ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤਰ ਦਿੱਤੇ। ਸਭ ਸ਼ੰਕੇ ਮੇਟ ਦਿੱਤੇ ਗੁਰਸਿੱਖਾਂ ਦੇ। ਜੋ 52 ਹੁਕਮ ਆਪਾਂ ਨੂੰ ਪੜ੍ਹਨ ਨੂੰ ਮਿਲਦੇ ਆ ਨਾ, ਉਹ ਵੀ ਇਹਨਾਂ 2 ਦਿਨਾਂ ਵਿੱਚ ਕੱਤਕ ਸੁਦੀ ਤੀਜ ਤੇ ਕੱਤਕ ਸੁਦੀ ਚੌਥ, ਇਹਨਾਂ 2 ਦਿਨਾਂ ਦੌਰਾਨ ਹੀ ਖਾਲਸਾ ਪੰਥ ਨੂੰ ਕੀਤੇ। ਗੁਰਸਿੱਖਾਂ ਨੇ ਬੜੇ ਸਵਾਲ ਕੀਤੇ ਸੀ ਕਿ ਸਤਿਗੁਰੂ ਹੁਣ ਤੇ ਸਰੀਰਕ ਰੂਪ ਵਿੱਚ ਜਦੋਂ ਤੁਸੀਂ ਵਿਚਰ ਰਹੇ ਹੋ, ਅਸੀਂ ਸਵਾਲ ਕਰਦੇ ਹਾਂ, ਤੁਸੀਂ ਉੱਤਰ ਦੇ ਦਿੰਦੇ ਹੋ। ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਵੇਂ ਸਵਾਲ ਕਰਾਂਗੇ, ਕਿਵੇਂ ਉੱਤਰ ਮਿਲੇਗਾ। ਤੇ ਸਤਿਗੁਰਾਂ ਨੇ ਜੋ ਬਚਨ ਕੀਤੇ, ਕਵੀ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ ਆ। ਨਿਸ਼ਚੈ ਸ਼ਬਦ ਰਿਦਾ ਹੈ ਮੇਰੋ, ਤਿਸ ਸੋ ਮਿਲੀਆ ਹੈ ਸਾਂਝ ਸਵੇਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਸ਼ਬਦ ਸਾਡਾ ਹਿਰਦਾ, ਤੇ ਜਿਹੜਾ ਸਾਡੇ ਨਾਲ ਮਿਲਣਾ ਚਾਹੁੰਦਾ ਉਹ ਸਾਂਝ ਸਵੇਰੇ, ਸਵੇਰੇ ਸ਼ਾਮ ਦਰਸ਼ਨ ਕਰੇ। ਤੇ ਜੇ ਕਿਸੇ ਨੂੰ ਇੱਛਾ ਕੋਈ ਸਵਾਲ ਹੈ, ਉਹ ਗੁਰਬਾਣੀ ਦਾ ਪਾਠ ਕਰੇ, ਪਾਠ ਸੁਣੇ, ਉਹਦੇ ਸਾਰੇ ਸ਼ੰਕੇ ਮਿਟ ਜਾਣਗੇ। ਜੋ ਸਵਾਲ ਉਹ ਮਨ ਵਿੱਚ ਲੈ ਕਰਕੇ ਆਵੇਗਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜ਼ਾਹਰਾ ਜ਼ਹੂਰ ਹਨ, ਹਾਜ਼ਰਾ ਹਜ਼ੂਰ ਹਨ, ਪ੍ਰਤੱਖ ਸਤਿਗੁਰੂ ਹਨ। ਉਹ ਸਿੱਖਾਂ ਦੇ ਸਵਾਲ ਦਾ ਜਵਾਬ ਵੀ ਦੇਣਗੇ। ਪਰ ਸਿੱਖ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ। ਬੜੀਆਂ ਰਹਿਮਤਾਂ, ਬੜੇ ਬਚਨ ਸਤਿਗੁਰਾਂ ਨੇ ਕੀਤੇ ਕਿ ਸਰੀਰ ਪੰਥ ਵਿੱਚ ਹੈ, ਆਤਮਾ ਗ੍ਰੰਥ ਵਿੱਚ ਹੈ। ਖਾਲਸੇ ਪੰਥ ਨੂੰ ਵੀ ਮਾਣ ਦਿੱਤਾ। ਤੇ ਸੱਚੇ ਪਾਤਸ਼ਾਹ ਜੀ ਕੱਤਕ ਸੁਦੀ ਤੀਜ ਤੇ ਚੌਥ 2 ਦਿਨ ਫਿਰ ਖਾਲਸਾ ਪੰਥ ਨੂੰ ਜੋ ਜੋ ਵੀ ਗੁਰਸਿੱਖਾਂ ਸਵਾਲ ਕੀਤੇ, ਸ਼ੰਕੇ ਕੀਤੇ, ਉਹ ਸਾਰੇ ਨਿਵਰਤ ਕੀਤੇ। ਅੱਜ ਦੇ ਦਿਨ ਕੱਤਕ ਸੁਦੀ 5 ਸੰਮਤ 1765 ਬਿਕਰਮੀ ਸਨ 1708 ਈਸਵੀ ਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਨੰਦੇੜ ਵਿਖੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ। ਤੇ ਸਾਨੂੰ ਗੁਰਸਿੱਖਾਂ ਨੂੰ ਸ਼ਬਦ ਗੁਰੂ, ਪ੍ਰਤੱਖ ਗੁਰੂ, ਸਮਰੱਥ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲੜ ਲਾ ਗਏ।
ਸਾਨੂੰ ਚਾਹੀਦਾ ਜਿਸ ਗੁਰੂ ਨੇ ਸਾਡੇ ਵਾਸਤੇ ਸਰਬੰਸ ਵਾਰਿਆ, ਪੁੱਤ ਵਾਰ ਕੇ ਵੀ ਤੇ ਸਾਨੂੰ ਪੁੱਤਰ ਹੋਣ ਦਾ ਮਾਣ ਦਿੱਤਾ, ਉਸ ਗੁਰੂ ਦਾ ਹੁਕਮ ਜ਼ਰੂਰ ਮੰਨੀਏ। ਉਹ ਹੁਕਮ ਹੈ ਅੰਮ੍ਰਿਤ ਛਕਣਾ, ਸਿੰਘ ਸੱਜਣਾ, ਰਹਿਤ ਵਿੱਚ ਰਹਿਣਾ, ਕੁਰੈਤਾਂ ਤੋਂ ਬਚਣਾ, ਬਾਣੀ ਅਤੇ ਬਾਣੀ ਦੇ ਧਾਰਨੀ ਆਉਣਾ। ਇਹੋ ਹੀ ਜੋ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਨੂੰ ਹੁਕਮ ਲਾਇਆ। ਫਿਰ ਜਦੋਂ ਹੁਕਮ ਮੰਨਾਂਗੇ ਤੇ ਫਿਰ ਇਹ ਸਬੂਤ ਹੋਵੇਗਾ ਕਿ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਗੁਰਪੁਰਬ ਤੇ ਅੱਜ ਉਹਨਾਂ ਦੇ ਚਰਨਾਂ ਕਮਲਾਂ ਵਿੱਚ ਕੋਟਾਨ ਕੋਟ ਨਮਸਕਾਰ ਹੈ। ਆਓ ਅੱਜ ਜੋ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਉਸ ਦੇ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਰਾਗ ਸੋਰਠ ਅੰਦਰ ਉਚਾਰਨ ਕੀਤਾ ਹੋਇਆ ਹੈ। ਮਨ ਕੀ ਮਨ ਹੀ ਮਾਹੇ ਰਹੀ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜੀ ਅੰਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਵਿਸ਼ੇ ਦੀ ਗੱਲ ਕੀਤੀ ਹੈ, ਜਿਸ ਤੋਂ ਬਹੁਤ ਸਾਵਧਾਨ ਰਹਿਣਾ ਪੈਂਦਾ ਸਿੱਖ ਨੂੰ, ਮਨੁੱਖ ਨੂੰ ਕਹਿ ਲਓ, ਜਗਿਆਸੂ ਨੂੰ ਕਹਿ ਲਓ, ਕਿਉਂਕਿ ਗੁਰਬਾਣੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਸਮੁੱਚੀ ਕਾਇਨਾਤ ਨੂੰ ਉਪਦੇਸ਼ ਦਿੰਦੀ ਹੈ। ਕੀ ਰਹਿ ਗਿਆ ਮਨ ਦੇ ਵਿੱਚ? ਮਨ ਕੀ ਮਨ ਹੀ ਮਾਹੇ ਰਹੀ। ਰਮਜ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਪਹਿਲੀ ਤੁਕ ਵਿੱਚ ਨਹੀਂ ਦੱਸਿਆ, ਪਰ ਬਾਕੀ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਅੱਗੇ ਖੁਲਾਸਾ ਕੀਤਾ ਵੀ ਰਹਿ ਕੀ ਗਿਆ ਮਨ ਵਿੱਚ ਤੇ ਕੀ ਰੱਖਣਾ ਸੀ, ਪਰ ਉਹ ਕੀ ਨਹੀਂ ਰਿਹਾ। ਉਹ ਅਗਲੀਆਂ ਸਾਰੀਆਂ ਤੁਕਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਵੀ ਜੋ ਰਹਿ ਗਿਆ ਮਨ ਵਿੱਚ ਉਸ ਦਾ ਵੀ ਜ਼ਿਕਰ ਕੀਤਾ, ਪਰ ਉਸ ਨੂੰ ਰੱਖਣ ਦੀ ਲੋੜ ਨਹੀਂ ਸੀ ਜੋ ਮਨ ਵਿੱਚ ਰਹਿ ਗਿਆ। ਜਿਸ ਨੂੰ ਮਨ ਵਿੱਚ ਰੱਖਣਾ ਸੀ ਉਹ ਮਨ ਦੇ ਵਿੱਚ ਵਸ ਨਾ ਸਕਿਆ, ਇੱਥੋਂ ਫਿਰ ਖੁੰਝ ਗਿਆ। ਤੇ ਸਤਿਗੁਰਾਂ ਨੇ ਫਿਰ ਸ਼ਬਦ ਵਿੱਚ ਹੀ ਜ਼ਿਕਰ ਕੀਤਾ ਇਸੇ ਹੁਕਮਨਾਮਾ ਸਾਹਿਬ ਦੇ ਵਿੱਚ ਹੀ ਵੀ ਜੋ ਰੱਖਣਾ ਸੀ ਉਹ ਰਿਹਾ ਨਾ, ਜੋ ਨਹੀਂ ਸੀ ਰੱਖਣਾ ਉਹ ਰਹਿ ਗਿਆ। ਉਹਦਾ ਫਿਰ ਖਮਿਆਜਾ ਵਾਰ-ਵਾਰ ਫਿਰਤ ਜ਼ਿਕਰ ਆਇਆ ਵੀ ਫਿਰ ਵਾਰ-ਵਾਰ ਫਿਰਨਾ ਪਿਆ। ਕਿੱਥੇ? ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਵਿੱਚ। ਮਨ ਸ਼ਬਦ ਆਇਆ ਨਾ ਜੀ, ਮਨ ਕੀ ਮਨ ਹੀ ਮਾਹੇ ਰਹੀ। ਉਂਝ ਤੇ ਸਮਾਂ ਸੀਮਿਤ ਹੁੰਦਾ ਜੀ, ਜਿੰਨਾ ਮਰਜ਼ੀ ਸਮਾਂ ਲਾ ਲਈਏ ਇੱਕ ਅੱਖਰ ਤੇ ਵੀ ਨਾ ਉਸ ਦੇ ਅਰਥਾਂ ਦਾ ਕੋਈ ਅੰਤ ਪਾ ਸਕਦਾ। ਸਮਾਂ ਆਪਣੀ ਚਾਲ ਚੱਲੀ ਜਾਣਾ, ਪਰ ਸਮੇਂ ਦੀ ਮਰਿਆਦਾ ਵਿੱਚ ਰਹਿਣਾ ਹੁੰਦਾ ਆਪਾਂ ਜੀ। ਮਨ ਕੀ ਹੈ? ਮੋਟੇ ਜਿਹੇ ਤੌਰ ਤੇ ਧਰਮ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਕਿ ਸੰਕਲਪੋ ਵਿਕਲਪੋ ਹੀ ਮਨਾ, ਕਿ ਸ਼ੁਭ ਕਰਮਾਂ ਦੇ ਸੰਸਕਾਰ, ਮਾੜੇ ਕਰਮਾਂ ਦੇ ਸੰਸਕਾਰ, ਜੋ ਚਿਤਵਨੀਆਂ ਇਸ ਨੇ ਕੀਤੀਆਂ ਉਸ ਦਾ ਜੋ ਸਮੂਹ ਬਣਿਆ ਉਹ ਮਨ ਹੈ। ਉਹ ਭਾਵੇਂ ਮਾੜੀ ਚਿਤਵਨੀ ਕਰ ਲਈ, ਭਾਵੇਂ ਇਸ ਨੇ ਮਾੜੀ ਚੰਗੀ ਚਿਤਵਨੀ ਕਰ ਲਈ, ਫੁਰਨਾ ਕਰ ਲਿਆ, ਜਾਂ ਉਸ ਕਰਮ ਨੂੰ ਇਸ ਨੇ ਭੋਗ ਵੀ ਲਿਆ, ਪਰ ਉਹਦਾ ਜਿਹੜਾ ਸੰਸਕਾਰ ਬਣ ਗਿਆ ਚੰਗੇ ਕੀਤੇ ਕਰਮ ਦਾ, ਮਾੜੇ ਕੀਤੇ ਕਰਮ ਦਾ,
ਉਹਦਾ ਜਿਹੜਾ ਸਮੂਹ ਬਣਿਆ ਨਾ ਜੀ, ਉਹਨੂੰ ਕਹਿੰਦੇ ਆ ਮਨ। 5 ਵਿਕਾਰ ਹੈ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਰੀਰ ਨੂੰ 5 ਕਰਮ ਇੰਦਰੀਆ, 5 ਗਿਆਨ ਇੰਦਰੀਆ। ਇਹਨਾਂ 5 ਵਿਕਾਰਾਂ ਦੀ ਪੂਰਤੀ ਜਿਹੜੀ ਮਨੁੱਖ ਕਰਦਾ ਨਾ, ਉਹ ਬਹੁਤਾਤ ਦੇ ਵਿੱਚ 5 ਗਿਆਨ ਇੰਦਰੀਆਂ ਰਾਹੀਂ ਕਰਦਾ ਜੀ। ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ। ਇਹਨਾਂ 5 ਗਿਆਨ ਇੰਦਰੀਆਂ ਦੇ 5 ਵਿਸ਼ੇ ਹੈ ਜਿਨ੍ਹਾਂ ਰਾਹੀਂ ਉਹ ਪੂਰਤੀ ਕਰਕੇ ਦਿੰਦੇ ਹੈ। ਉਹ ਹੈ 5 ਵਿਸ਼ੇ: ਸ਼ਬਦ, ਸਪਰਸ, ਰੂਪ, ਰਸ, ਗੰਧ। ਸ਼ਬਦ ਦਾ ਜਿਹੜਾ ਵਿਸ਼ਾ ਨਾ ਜੀ, ਸ਼ਬਦ ਉਹ ਕੰਨਾਂ ਨਾਲ ਰਿਲੇਟਡ ਹੈ। 5 ਗਿਆਨ ਇੰਦਰੀ ਹੈ: ਅੱਖਾਂ, ਨੱਕ, ਕੰਨ, ਜੀਭ ਤੇ ਚਮੜੀ ਜਾਂ ਇੰਦਰੀ ਜੀ। ਤੇ ਜਿਹੜੇ ਇਹਨਾਂ ਦੇ 5 ਵਿਸ਼ੇ ਆ, ਸ਼ਬਦ ਇਹ ਕੰਨਾਂ ਰਾਹੀਂ ਪ੍ਰਾਪਤ ਹੁੰਦਾ ਹੈ ਜੀ। ਹੁਣ ਮਾੜਾ ਸੁਣਿਆ ਜਾਂ ਚੰਗਾ ਸੁਣਿਆ, ਜਿਸ ਨੂੰ ਇਸ ਨੇ ਗਹੁ ਨਾਲ ਸੁਣ ਲਿਆ ਨਾ, ਇਹ ਜੋ ਮਰਜ਼ੀ ਸੁਣਿਆ, ਚੰਗਾ ਜਾਂ ਮਾੜਾ, ਪਰ ਉਹ ਮਨ ਦੇ ਵਿੱਚ ਸਮਾ ਗਿਆ। ਜਿਹਦਾ ਸਤਿਗੁਰਾਂ ਜ਼ਿਕਰ ਕੀਤਾ ਵੀ ਮਨ ਦੇ ਵਿੱਚ ਰਿਹਾ ਕੀ, ਮਨ ਕੀ ਮਨ ਹੀ ਮਾਹੇ ਰਹੀ। ਰਮਝਿਆ ਨਾ, ਰਹਿ ਕੀ ਗਿਆ? ਰਹਿ ਮਨ ਦੇ ਵਿੱਚ ਉਹ ਗਿਆ, ਕਿਉਂਕਿ ਜਦੋਂ ਮਨੁੱਖ ਚੜ੍ਹਾਈ ਕਰਦਾ, ਸਰੀਰ ਦਾ ਅੰਤ ਹੁੰਦਾ ਹੈ। ਨਾ ਆਤਮਾ ਮਰਦੀ ਹੈ ਤੇ ਨਾ ਮਨ ਹੀ ਮਰਦਾ। ਆਤਮਾ ਅਗਲੇ ਜਨਮ ਜੂਨ ਵਿੱਚ ਪੈ ਜਾਂਦੀ ਹੈ ਤੇ ਮਨ ਨਾਲ ਹੀ ਚੱਲਦਾ ਜੀ। ਮਨ ਖੁਲਾਸਾ ਕਰ ਲਿਆ ਵੀ ਜੋ ਚੰਗੇ ਜਾਂ ਸ਼ੁਭ ਮਾੜੇ ਕਰਮਾਂ ਦਾ ਜੋ ਢੇਲਾ ਬਣ ਗਿਆ, ਰੂਪ ਬਣ ਗਿਆ ਜੀ, ਹੁਣ ਇਹ ਦਿਖਾਈ ਨਹੀਂ ਦਿੰਦਾ। ਇਹ ਅੱਖਾਂ ਦਾ ਵਿਸ਼ਾ ਨਹੀਂ ਮਨ, ਪਰ ਇਹ ਸੰਸਕਾਰ ਹੁੰਦੇ ਹੈ ਜੀ। ਕੰਨਾਂ ਨੇ ਜੋ ਸਾਰੀ ਉਮਰ ਸੁਣਿਆ, ਜਾਂ ਚੰਗਾ ਜਾਂ ਮਾੜਾ, ਉਹ ਮਨ ਦਾ ਹਿੱਸਾ ਬਣ ਗਿਆ। ਜੇ ਤੇ ਚੰਗਾ ਸੁਣਿਆ ਹੁੰਦਾ, ਤੁਸੀਂ ਭਾਗਾਂ ਵਾਲੇ ਹੋ, ਕਥਾ ਸੁਣ ਰਹੇ ਹੋ, ਅੰਮ੍ਰਿਤ ਵੇਲੇ ਤੋਂ ਕੀਰਤਨ ਸਰਵਣ ਕਰ ਰਹੇ ਹੋ, ਜਾਂ ਰਸਨਾ ਨਾਲ ਪੜ੍ਹਿਆ ਜੀ, ਉਹ ਕੰਨਾਂ ਨੇ ਸੁਣਿਆ, ਉਹ ਫਿਰ ਮਨ ਦੀ ਸਿਮਰਤੀ ਦਾ ਹਿੱਸਾ ਤੇ ਬਣਦਾ, ਪਰ ਉਹ ਸ਼ੁਭ ਕਰਮ ਬਣ ਗਏ ਜੀ। ਸ਼ਬਦ ਇਹ ਕੰਨਾਂ ਦਾ ਵਿਸ਼ਾ, ਸਪਰਸ਼ ਇਹ ਚਮੜੀ ਦਾ, ਇੰਦਰੀ ਦਾ ਵਿਸ਼ਾ ਜੀ, ਕਿ ਜੋ ਇਸ ਨੇ ਮਰਿਆਦਾ ਵਿੱਚ ਸਪਰਸ਼ ਕੀਤਾ ਜਾਂ ਮਰਿਆਦਾ ਤੋਂ ਬਾਹਰ ਜਾ ਕੇ ਵਿਸ਼ੇ ਭੋਗੇ। ਰੂਪ ਇਹ ਅੱਖਾਂ ਦਾ ਵਿਸ਼ਾ। ਅੱਖਾਂ ਨੇ ਜੇ ਤੇ ਗੁਰੂ ਦੇ ਦਰਸ਼ਨ ਕੀਤੇ, ਸਫਲੀਆਂ ਹੋ ਗਈਆਂ। ਸੰਗਤ ਦੇ ਦਰਸ਼ਨ ਕੀਤੇ ਆ, ਅੱਖਾਂ ਨੂੰ ਵਰਤ ਕੇ ਭਾਵਨਾ ਨਾਲ ਸੰਗਤ ਦੀ ਸੇਵਾ ਕੀਤੀ ਹੈ, ਗੁਰੂ ਦਾ ਰੂਪ ਜਾਣ ਕੇ ਸੇਵਾ ਕੀਤੀ ਹੈ। ਇਹ ਸਾਰਾ ਕੁਝ ਫਿਰ ਇਹਨਾਂ ਦੀ ਸਹੀ ਵਰਤੋਂ ਹੋ ਗਈ। ਸ਼ਬਦ, ਸਪਰਸ਼, ਰੂਪ ਤੇ ਰਸ ਇਹ ਜੀਵ ਦਾ ਵਿਸ਼ਾ ਜੀ। ਤੇ ਜੀਵ ਨੇ ਜੇ ਤੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜਪਣਾ ਤੇ ਸੀ ਨਾਮ, ਕਰਨੀ ਸੀ ਵਡਿਆਈ ਗੁਰੂ ਦੀ। ਜੇ ਇਹਨੇ ਨਿੰਦਿਆ ਕੀਤੀ, ਹੁਣ ਜੋ ਵੀ ਕੀਤਾ ਮਨ ਨੇ ਕੈਚ ਕਰੀ, ਮਨ ਕੈਚ ਕਰੀ ਜਾਂਦਾ ਜੀ। ਜੋ ਕੰਨ ਕਰਦੇ, ਜੋ ਅੱਖਾਂ ਕਰਦੀਆਂ, ਜੋ ਚਮੜੀ ਸਪਰਸ਼ ਕਰੀ ਜਾਂਦੀ ਆ, ਮਨ ਹਰ ਇੱਕ ਨੂੰ ਕੈਚ ਕਰੀ ਜਾਂਦਾ, ਜਿਸ ਨੂੰ ਗਹੁ ਨਾਲ ਕਰਦੇ ਆ। ਸਾਰੇ ਕਰਮ ਮਨ ਦੇ ਵਿੱਚ ਸੰਸਕਾਰ ਨਹੀਂ ਬਣਦੇ। ਸੰਸਕਾਰ ਉਹ ਬਣਦੇ ਆ ਜਿਸ ਨੂੰ ਇਹ ਗਹੁ ਨਾਲ ਕਰਦਾ, ਚਿੱਤ ਲਾ ਕਰਕੇ ਕਰਦਾ। ਅੰਤਸ਼ਕਰਨ ਜਿਸ ਨੂੰ ਹਿਰਦਾ ਕਿਹਾ ਜਾਂਦਾ ਨਾ, ਉਹਦੇ 4 ਹਿੱਸੇ ਕੀਤੇ ਵਿਦਵਾਨਾਂ ਨੇ: ਮਨ, ਬੁੱਧ, ਚਿੱਤ, ਹੰਕਾਰ। ਇਹ ਬੜਾ ਲੰਮਾ ਵਿਸ਼ਾ ਜੀ, ਸਮਾਂ ਸਾਥ ਨਹੀਂ ਦਿੰਦਾ। ਕਿ ਜਦੋਂ ਫੁਰਨਾ ਉੱਠਦਾ ਵਾ, ਉਹ ਫੁਰਨਾ ਜਿੱਥੇ ਉੱਠਦਾ ਉਹਨੂੰ ਕਹਿੰਦੇ ਆ ਚਿੱਤ। ਹੁਣ ਫੁਰਨਾ ਉੱਠਿਆ, ਉਹਦੀ ਪ੍ਰਾਪਤੀ ਵਾਸਤੇ ਅੱਗੇ ਬੰਦਾ ਚਾਹੀਦਾ, ਉਹਨੂੰ ਕਹਿੰਦੇ ਆ ਮਨ। ਮਨ ਫਿਰ ਉਸ ਦੀ ਪ੍ਰਾਪਤੀ ਵਾਸਤੇ ਦੌੜ ਭੱਜ ਕਰਦਾ। ਉਹ ਪ੍ਰਾਪਤੀ ਹੋ ਗਈ ਜਾਂ ਨਹੀਂ ਹੋ ਗਈ, ਉਹਦੇ ਲਈ ਫਿਰ ਵਾਰ-ਵਾਰ ਕੀਤੀ ਪ੍ਰਾਪਤੀ ਤੇ ਜਿਹੜਾ ਖੜਾ ਹੁੰਦਾ, ਜਾਂ ਇਹ ਵੀ ਮੈਂ ਕਰ ਹੀ ਲੈਣਾ,
ਉਹਨੂੰ ਕਹਿੰਦੇ ਆ ਹੰਕਾਰ। ਤੇ ਬੁੱਧ ਨਿਰਣਾ ਕਰਦੀ ਹੈ ਚੰਗੇ ਮਾੜੇ ਦਾ। ਪਰ ਇਹ ਜਦੋਂ ਫਿਰ ਮਨੁੱਖ ਬਹੁਤੇ ਮਾੜੇ ਕਰਮ ਕਰੀ ਜਾਂਦਾ, ਮਾੜੇ ਕਰਮ ਹੀ ਕਰੀ ਜਾਂਦਾ ਨਾ, ਬੁੱਧ ਸਹਿਜੇ ਫਿਰ ਇਹਦੀ ਨਿਰਣੇ ਦੀ ਆਵਾਜ਼ ਆਉਣ ਵੜ ਜਾਂਦੀ ਹੈ। ਤੁਸੀਂ ਬੈਠੇ ਹੋ, ਨਾਮ ਅਭਿਆਸੀ ਹੋ, ਜੇ ਤੇ ਮਨੁੱਖ ਧਰਮੀ ਹੈ, ਨਿਤਨੇਮ ਕਰਦਾ, ਗੁਰੂ ਜਪਦਾ, ਸੇਵਾ ਕਰਦਾ, ਮਾੜਾ ਕਰਮ ਕਰਨ ਲੱਗੋਗੇ ਨਾ, ਆਵਾਜ਼ ਉੱਠਦੀ ਅੰਦਰੋਂ ਵੀ ਇਹ ਕਰਮ ਮਾੜਾ। ਹੁਣ ਜਿਹੜੇ ਤੇ ਭਾਗਾਂ ਵਾਲੇ ਉਸ ਆਵਾਜ਼ ਨੂੰ ਸੁਣ ਕੇ ਮਾੜੇ ਕਰਮ ਤੋਂ ਸੰਕੋਚ ਕਰ ਜਾਂਦੇ, ਉਹ ਬਚ ਜਾਂਦੇ ਆ। ਪਰ ਇਹ ਆਵਾਜ਼ ਫਿਰ ਸਹਿਜੇ ਜਦੋਂ ਮਨੁੱਖ ਜ਼ਿਆਦਾ ਹੀ ਮਾੜੇ ਕਰਮ ਕਰਨ ਲੱਗ ਪੈਂਦਾ, ਆਵਾਜ਼ ਵੀ ਧੀਮੀ ਪੈਂਦੀ ਜਾਂਦੀ ਹੈ। ਇਹ ਧਰਮੀ ਮਨੁੱਖ ਦੇ ਅੰਦਰ ਤੇ ਆਵਾਜ਼ ਵੱਧ ਉੱਠਦੀ ਹੈ। ਕਿਉਂਕਿ ਸੁਣ ਰਿਹਾ। ਹੁਣ ਤੁਸੀਂ ਬਾਹਰੀ ਤੌਰ ਤੇ ਉਦਾਹਰਨ, ਕੋਈ ਤੁਹਾਡੀ ਸਲਾਹ ਲਵੇ ਤੇ ਤੁਸੀਂ ਉਤਸੁਕ ਰਹਿੰਦੇ ਹੋ ਵੀ ਦੇ ਦਈਏ ਇਹਨੂੰ ਚੰਗੀ ਸਲਾਹ। ਹੁਣ ਜਦੋਂ ਕੋਈ ਤੁਹਾਡੀ ਸਲਾਹ ਲੈਣੀ ਪਸੰਦ ਹੀ ਨਾ ਕਰੇ ਤੇ ਤੁਸੀਂ ਸਹਿਜੇ ਫਿਰ ਕਹਿਣਾ ਵੀ ਜਦੋਂ ਇਹ ਸੁਣਦਾ ਹੀ ਨਹੀਂ, ਇਹ ਮੇਰੀ ਸਲਾਹ ਨੂੰ ਫਾਲਤੂ ਸਮਝਦਾ, ਫਿਰ ਤੁਸੀਂ ਦੇਣੋਂ ਹਟ ਜਾਣਾ। ਇਵੇਂ ਬੁੱਧ ਆ, ਮਾਨ, ਬੁੱਧ, ਚਿੱਤ, ਹੰਕਾਰ। ਤੇ ਗੰਧ ਜਿਹੜਾ ਵਿਸ਼ਾ ਜੀ, ਉਹ ਨੱਕ ਦਾ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਗੁਰਬਾਣੀ ਅੰਦਰ ਬੜਾ ਜ਼ਿਕਰ ਕੀਤਾ। ਨਿਤਨੇਮ ਦੀ ਪੰਜਵੀਂ ਬਾਣੀ ਵਿੱਚ ਕੱਲੇ ਇੰਦਰੇ ਦਾ, ਇਹ ਨੇਤਰੋ ਮੇਰਿਓ ਸਾਚੇ ਸੁਣਨੇ ਨੂੰ, ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਜੀਵ ਦੀ ਗੱਲ ਆਈ ਇਹ ਰਸਨਾ, ਤੂੰ ਅਨਰਸ ਰਾਜ ਰਾਈ। ਅਸਲ ਦੇ ਵਿੱਚ ਨਾ ਜੀ, ਗੁਰਬਾਣੀ ਵਿੱਚ ਸ਼ਬਦ ਆਉਂਦਾ ਜਪ, ਤਪ, ਸੰਜਮ, ਤਿੰਨ ਆਉਂਦੇ ਜੀ। ਰਹਿਰਾਸ ਸਾਹਿਬ ਜੀ ਦੇ ਵਿੱਚ ਹੀ ਸ਼ਬਦ ਆ ਜਪ, ਤਪ, ਸੰਜਮ, ਧਰਮ ਨਾ ਕਮਾਇਆ। ਜਪ ਕੀ ਹੈ? ਉਹ ਹੈ ਨਾਮ ਦਾ ਅਭਿਆਸ, ਬਾਣੀ ਰੂਪ, ਕੀਰਤਨ ਰੂਪ, ਕਥਾ ਰੂਪ। ਤੇ ਤਪ ਕੀ ਹੈ? ਸਿੱਖ ਧਰਮ ਦੇ ਵਿੱਚ ਤਪ ਹੈ ਸੇਵਾ ਕਰਨੀ। ਫਿਰ ਸੰਜਮ ਸ਼ਬਦ ਨਾਲ ਜੋੜਿਆ ਸੱਚੇ ਪਾਤਸ਼ਾਹ ਜੀ ਨੇ, ਭਾਵ ਸੇਵਾ ਤੇ ਸਿਮਰਨ ਦੇ ਨਾਲ ਇੱਕ ਕਰਮ ਹੋਰ ਕਰਨਾ, ਉਹ ਹੈ ਸੰਜਮ। ਉਹ ਸੰਜਮ ਕੀ ਹੈ? ਉਹ ਇਹਨਾਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ। ਹੁਣ ਜੇ ਕਰਤੇ ਹੱਥੀਂ ਸੇਵਾ ਰਹੇ ਆ ਜੀ, ਤੇ ਜੀਭ ਕਿਸੇ ਦੀ ਨਿੰਦਿਆ ਕਰੀ ਜਾ ਰਹੀ ਹੈ, ਤੇ ਮੁਆਫ ਕਰਨਾ। ਉਹ ਜਿਹੜੀ ਮੂੰਹ ਦੇ ਨਾਲ ਨਿੰਦਿਆ ਕਰ ਰਹੇ ਆ, ਹੱਥਾਂ ਨਾਲ ਭਾਵੇਂ ਸੇਵਾ ਕਰ ਰਹੇ ਆ, ਪਰ ਉਹਦਾ ਸੰਸਕਾਰ ਤੇ ਮਨ ਦੇ ਵਿੱਚ ਬਣਨਾ ਹੀ ਆ ਨਾ ਜੀ। ਸਤਿਗੁਰਾਂ ਮਨ ਕੀ ਮਨ ਹੀ ਮਾਹੇ ਰਹੀ, ਵੀ ਰਹਿ ਕੀ ਗਿਆ ਮਨ ਦੇ ਵਿੱਚ? ਤੇ ਰਹਿ ਤੇ ਉਹੀ ਗਿਆ ਨਾ ਜੋ ਪਾਇਆ ਜੀ। ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ। ਵੀ ਹੁਣ ਸਾਰੀ ਉਮਰ ਜੋ ਭਾਂਡੇ ਵਿੱਚ, ਮਨ ਰੂਪੀ ਭਾਂਡੇ ਵਿੱਚ ਪਾਈ ਗਏ ਆ, ਰਹਿਣਾ ਉਹੋ ਹੀ ਹੈ। ਸਾਵਧਾਨ ਕੀਤਾ ਸੱਚੇ ਪਾਤਸ਼ਾਹ ਜੀ ਨੇ ਵੀ ਬੰਦੇ ਖੋਜ ਦਿਲ ਹਰ ਰੋਜ਼, ਸਵੈ ਪਰਚੋਲ ਕਰਦਾ ਰਹੇ। ਅੱਜ ਕਿੰਨੀ ਕੋ ਨਿੰਦਿਆ ਸੁਣੀ, ਅੱਖਾਂ ਨੇ ਕਦੇ ਮਾੜਾ ਤੇ ਨਹੀਂ ਵੇਖਿਆ, ਕੰਨਾਂ ਨੇ ਕਦੇ ਮਾੜਾ ਤੇ ਨਹੀਂ ਸੁਣ ਲਿਆ। ਇਹ ਚਮੜੀ, ਇਹ ਇੰਦਰੀ ਕਿਤੇ ਮਰਿਆਦਾ ਤੋਂ ਬਾਹਰ ਜਾ ਕੇ ਸਪਰਸ਼ਤ ਨਹੀਂ ਕਰਨ ਲੱਗੀ। ਮਨ ਦਾ ਨਾ ਜੀ, ਇੱਕ ਕਿਤਾਬ ਮੈਂ ਪੜ੍ਹੀ, ਉਹਦੇ ਵਿੱਚ ਜ਼ਿਕਰ ਕੀਤਾ ਵੀ ਦਿਨ ਵੇਲੇ ਮਨੁੱਖ ਦੇ ਮਨ ਨੂੰ ਨਾ, ਮਨੁੱਖ ਨੂੰ ਡਰ ਹੁੰਦਾ। ਇੱਕ ਕਾਨੂੰਨ ਦਾ ਡਰ ਆ, ਇੱਕ ਰੱਬ ਦਾ ਡਰ ਆ। ਹੁਣ ਜੇ ਧਰਮੀ ਬੰਦਾ ਨਹੀਂ ਵੀ ਨਾ, ਤੇ ਉਹਨੂੰ ਕਾਨੂੰਨ ਦਾ ਡਰ ਆ। ਪਰ ਫੁਰਨਾ ਕੀਤਾ ਅੱਖਾਂ ਨੇ ਕੁਝ ਮਾੜਾ, ਉਹ ਪੂਰਤੀ ਤੇ ਨਹੀਂ ਕਰ ਸਕੀਆਂ, ਪਰ ਅੰਦਰ ਉਹ ਚਿੱਤ ਦੇ ਵਿੱਚ ਚਿਤਵਨੀ ਸੰਸਕਾਰ ਰਹਿ ਗਿਆ। ਕੰਨਾਂ ਨੇ ਕੁਝ ਮਾੜਾ ਸੁਣਿਆ, ਪੂਰਤੀ ਕਰਨੀ ਚਾਹੀ। ਉਹ ਦਿਨ ਵੇਲੇ ਜਾਂ ਕਾਨੂੰਨ ਦਾ ਡਰ ਜਾਂ ਗੁਰੂ ਦਾ ਡਰ, ਦੋ ਡਰ ਆ। ਇੱਕ ਕਾਨੂੰਨ ਦਾ ਡਰ, ਇੱਕ ਫਿਰ ਧਰਮੀ ਮਨੁੱਖ ਨੂੰ ਉਹਦੇ ਗੁਰੂ ਦਾ ਡਰ, ਜੋ ਉਹਨੇ ਮਰਿਆਦਾ ਦਿੱਤੀ। ਜਿਵੇਂ ਸਾਨੂੰ ਰਹਿਤ ਦਿੱਤੀ ਹੈ, ਕੁਰੈਤਾਂ ਦਸੀਆਂ, ਹੁਣ ਧਰਮੀ ਬੰਦੇ ਨੂੰ, ਸਿੱਖ ਨੂੰ ਉਹ ਡਰ। ਹੁਣ ਚਿਤਵਨੀ ਕੀਤੀ ਕੰਨਾਂ ਨੇ ਸੁਣ ਕੇ, ਪਰ ਪੂਰਤੀ ਨਹੀਂ ਹੋ ਸਕੀ, ਦੋ ਡਰ। ਇਵੇਂ ਹੀ ਪੰਜੇ ਗਿਆਨ ਇੰਦਰੀਆਂ ਦਾ ਲਾ ਲਓ। ਜੀਭ ਨੇ ਕੋਈ ਚਿਤਵਨੀ ਕੀਤੀ। ਦਿਨ ਵੇਲੇ ਮੈਂ ਪੜ੍ਹਿਆ ਜੀ ਵੀ ਮਨੁੱਖ ਦਾ ਮਨ 5% ਹੀ ਮਾੜੇ ਕਰਮ ਕਰ ਸਕਦਾ। ਕਿਉਂ? ਉਹਨੂੰ ਦੋ ਡਰ ਨੇ, ਇੱਕ ਕਾਨੂੰਨ ਦਾ ਡਰ, ਇੱਕ ਰੱਬ ਦਾ ਡਰ। ਧਰਮੀ ਬੰਦੇ ਨੂੰ ਉਸ ਦੇ ਗੁਰੂ ਦਾ ਡਰ। ਪਰ ਜਦੋਂ ਇਹ ਮਨੁੱਖ ਸੌਂ ਜਾਂਦਾ ਨਾ,
ਤੇ ਮਨ ਜਿਹੜਾ ਉਹ 15 ਜਾਂ ਵੱਧ ਤੋਂ ਵੱਧ 20 ਮਿੰਟ ਕਹਿੰਦੇ ਸੌਂਦਾ। ਉਹ ਵੀ ਸਾਰਿਆਂ ਦਾ ਨਹੀਂ, ਉਹ ਵੀ ਜਾਗਤ, ਸੁਪਨ, ਸੁਖੋਫਤ, 3 ਅਵਸਥਾਵਾਂ ਜੀ ਸੌਣ ਦੇ ਵੇਲੇ ਵੀ ਵਾਪਰਦੀਆਂ। ਉਹ ਸੁਖੋਫਤ ਆ ਜਿਹੜੀ ਗੂੜੀ ਨੀਂਦ ਹੁੰਦੀ ਹੈ, ਉਹ ਵਿਰਲਿਆਂ ਨੂੰ ਆਉਂਦੀ ਆ। ਕਈ ਵਾਰਾਂ ਤੁਸੀਂ 8 ਘੰਟੇ ਸੌਂਗੇ ਤੇ 8 ਘੰਟੇ ਸੌਣ ਤੋਂ ਉਪਰੰਤ ਵੀ ਤੁਸੀਂ ਇੰਨਾ ਥੱਕਿਆ ਟੁੱਟਿਆ ਮਹਿਸੂਸ ਕਰੋਗੇ ਵੀ ਜਿਵੇਂ ਸੁੱਤੇ ਹੀ ਨਹੀਂ। ਕਈ ਵਾਰ ਅੱਖ ਲੱਗੇਗੀ, 10 ਮਿੰਟ ਇੰਨੀ ਗੂੜੀ ਨੀਂਦ ਆਏਗੀ, ਸਰੀਰ ਹੌਲਾ ਫੁੱਲ ਹੋ ਜਾਵੇਗਾ, ਇੰਜ ਭਾਸੇਗਾ ਜਿਵੇਂ 5 ਘੰਟੇ ਸੌਂ ਲਿਆ। ਉਹ ਅਸਖੋਪਤ। ਸਰੀਰ ਸੌਂਦਾ, ਸਰੀਰ ਰੈਸਟ ਕਰਦਾ, ਮਨ 10-20 ਮਿੰਟ ਸੌਂਦਾ। ਬਾਕੀ ਸਮਾਂ ਫਿਰ ਇਹ ਜਿਹੜੇ ਦਿਨ ਵੇਲੇ ਫੁਰਨੇ ਬਣੇ ਆ ਨਾ ਜੀ, ਸੰਕਲਪ ਬਣੇ, ਚਿਤਵਨੀਆਂ ਬਣੀਆਂ, ਇਹਦੀ ਪੂਰਤੀ ਲਈ ਦੌੜਦਾ। ਇਹਦੀ ਪੂਰਤੀ ਲਈ ਜਦੋਂ ਰਾਤ ਵੇਲੇ ਦੌੜਦਾ ਨਾ ਜੀ, ਤੇ ਰਾਤ ਨੂੰ ਮੁਆਫ ਕਰਨਾ, ਇਸ ਮਨ ਨੂੰ ਪ੍ਰਾਪਤੀ ਵਾਸਤੇ ਨਾ ਗੁਰੂ ਦਾ ਡਰ ਆ ਤੇ ਨਾ ਇਸ ਨੂੰ ਕਾਨੂੰਨ ਦਾ ਡਰ ਆ। ਤਾਂ ਹੀ ਤੁਸੀਂ ਰਾਤ ਨੂੰ ਚੈੱਕ ਕਰਿਓ, ਕਈ ਵਾਰ ਦਿਨ ਵੇਲੇ ਯਾਦਾਂ ਰਹਿ ਜਾਂਦੀਆਂ ਵੀ ਕੀ ਚਿਤਵਨੀਆਂ ਚੱਲਦੀਆਂ ਰਹੀਆਂ ਰਾਤ। ਉਹ ਦਿਨ ਵੇਲੇ ਚਿੱਤ ਦੇ ਵਿੱਚ ਜਿਹੜੀਆਂ ਚਿਤਵਨੀਆਂ, ਕਿਉਂਕਿ ਸਤਿਗੁਰਾਂ ਜ਼ਿਕਰ ਕੀਤਾ ਮਨ ਕੀ ਮਨ ਹੀ ਮਾਹੇ ਰਹੀ, ਰਹਿ ਕੀ ਗਿਆ ਮਨ ਦੇ ਵਿੱਚ। ਥੋੜ੍ਹਾ ਬਹੁਤਾ ਆਪਣੇ ਆਪ ਨੂੰ ਜੱਜਮੈਂਟ ਕਰਨਾ ਹੋਵੇ ਤੇ ਦਿਨ ਵੇਲੇ ਰਾਤ ਦੀਆਂ ਜਿਹੜੀਆਂ ਚਿਤਵਨੀਆਂ ਚੱਲਦੀਆਂ ਸੁੱਤਿਆਂ ਵੇਲੇ ਚੈੱਕ ਕਰ ਲਿਓ ਵੀ ਸਿਮਰਤੀ ਦਾ ਹਿੱਸਾ ਕੀ ਬਣ ਗਿਆ ਹੈ। ਜਿਹੜਾ ਸਿਮਰਤੀ ਦਾ ਹਿੱਸਾ ਬਣ ਗਿਆ ਉਹ ਮਨ ਹੈ, ਤੇ ਉਹ ਮਨ ਨਾਲ ਹੀ ਚੱਲਦਾ ਹਰੇਕ ਜਨਮ ਦੇ ਵਿੱਚ। ਆਤਮਾ ਤੇ ਮਰਦੀ ਨਹੀਂ, ਮਨ ਵੀ ਨਾਲ ਹੀ ਚੱਲਦਾ। ਇਹ ਜਦੋਂ ਤੱਕ ਫੁਰਨੇ ਨਹੀਂ ਮੁੱਕਦੇ, ਚਿਤਵਨੀਆਂ ਮੁੱਕਦੀਆਂ ਨਹੀਂ, ਸ਼ੁਭ ਸੰਕਲਪ ਇਕੱਠੇ ਨਹੀਂ ਹੁੰਦੇ, ਆਵਾਗਾਉਣ ਦਾ ਚੱਕਰ ਨਹੀਂ ਮੁੱਕਣਾ। ਸੱਚੇ ਪਾਤਸ਼ਾਹ ਜੀ ਨੇ ਉਸ ਗੱਲ ਦਾ ਜ਼ਿਕਰ ਕੀਤਾ ਵੀ ਸਾਰੀ ਉਮਰ ਚਿਤਵਨੀਆਂ ਕੀ ਚਿਤਵੀਆਂ ਇਸਨੇ, ਉਹ ਫਿਰ ਮਨ ਕੀ ਮਨ ਹੀ ਮਾਹੇ ਰਹੀ। ਉਹ ਅੱਗੇ ਜਾ ਕੇ ਖੁਲਾਸਾ ਆਵੇਗਾ, ਪਰ ਉਹ ਸਾਰੀਆਂ ਵਾਸ਼ਨਾ ਬਣ ਗਈ ਜੀ। ਤੇ ਸਤਿਗੁਰਾਂ ਗੁਰਬਾਣੀ ਵਿੱਚ ਜ਼ਿਕਰ ਕੀਤਾ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਕਿ ਮਨ ਦੇ ਵਿੱਚ ਜਿਹੜੀ ਵਾਸ਼ਨਾ ਸੀ ਨਾ ਉਹ ਅਗਲਾ ਜਨਮ ਤੈਅ ਕਰਦੀ ਹੈ। ਲਿਖਿਆ ਜੀ ਧਾਰਮਿਕ ਗ੍ਰੰਥਾਂ ਵਿੱਚ, ਪੁਸਤਕਾਂ ਵਿੱਚ, ਦਰਗਾਹੇ ਤੇ ਵਾਚਿਆ ਜਾਂਦਾ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਨੁੱਖ ਦੀ ਵਾਸ਼ਨਾ, ਮਨੁੱਖ ਦੇ ਕੀਤੇ ਕਰਮ ਜਨਮ ਤੈਅ ਉਹ ਕਰਦੇ ਆ ਵੀ ਅਗਲੀ ਜੂਨ ਕਿਹੜੀ ਲੈਣੀ ਇਹਨੇ। ਭਗਤ ਤਰਲੋਚਨ ਜੀ ਦਾ ਇੱਕ ਸ਼ਬਦ ਹੈ ਗੁਰਬਾਣੀ ਵਿੱਚ, ਉਸ ਵਿੱਚ ਉਹਨਾਂ ਨੇ ਕੁਝ ਵਾਸ਼ਨਾਵਾਂ ਦਾ ਜ਼ਿਕਰ ਕੀਤਾ ਕਿ ਵੀ ਇਸ ਵਾਸ਼ਨਾ ਨੂੰ ਮਨ ਵਿੱਚ ਰੱਖੇਗਾ ਤੇ ਅਗਲਾ ਜਨਮ ਇਹ ਮਿਲਣਾ। ਇਹ ਵਾਸ਼ਨਾ ਤੇਰੇ ਮਨ ਵਿੱਚ ਹੋਈ, ਅਗਲਾ ਜਨਮ ਤੈਨੂੰ ਇਹ ਮਿਲਣਾ। ਇਹ ਵਾਸ਼ਨਾ ਹੋਈ ਤੇ ਫੇਰ ਤੂੰ ਮੁਕਤ ਹੋਣਾ। ਉਹ ਸਾਰਾ ਸ਼ਬਦ ਹੈ ਜੀ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਤੇ ਸੱਚੇ ਭਗਤ ਜੀ ਨੇ ਸਾਰੇ ਸ਼ਬਦ ਵਿੱਚ ਜ਼ਿਕਰ ਕੀਤਾ, ਅੰਤ ਕਾਲ ਜੋ ਲੜਕੇ ਸਿਮਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਅੰਤ ਕਾਲ ਜੋ ਮੰਦਰ ਸਿਮਰੈ। ਵੀ ਜੇ ਇਹ ਚਿਤਵਨੀ ਹੋਈ, ਇਹ ਵਾਸ਼ਨਾ ਹੋਈ, ਲక్ష్ਮੀ ਸਿਮਰੇਗਾ ਤੇ ਤੈਨੂੰ ਫਿਰ ਅਗਲਾ ਜਨਮ ਪ੍ਰੇਤ ਦਾ ਮਿਲੇਗਾ। ਲੜਕੇ ਸਿਮਰੇਗਾ, ਧੀਆਂ ਪੁੱਤ ਦੀ ਸਿਮਰਤੀ ਰੱਖੇਗਾ, ਤੈਨੂੰ ਜਨਮ ਸੂਰ ਦਾ ਮਿਲੇਗਾ। ਇਸਤਰੀ ਨੂੰ ਸਿਮਰੇਗਾ ਤੇ ਤੇਰੀ ਵਾਸ਼ਨਾ ਇਸਤਰੀ ਵਿੱਚ ਰਹੇਗੀ ਤੇ ਫਿਰ ਵੇਸਵਾ ਦਾ ਜਨਮ ਮਿਲੇਗਾ। ਪਰ ਜੇ ਤੂੰ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ। ਮਨ ਕੀ ਮਨ ਹੀ ਮਾਹੇ ਰਹੀ। ਜੇ ਤੇਰੇ ਮਨ ਵਿੱਚ ਚਿਤਵਨੀ ਹੋਈ ਰੱਬ ਦੇ ਨਾਮ ਦੀ, ਰੱਬ ਦੀ ਯਾਦ ਦੀ, ਜੇ ਤੇਰੀ ਸਿਮਰਤੀ ਦੇ ਵਿੱਚ ਇਹ ਹੋਇਆ, ਮਨ ਵਿੱਚ ਇਹ ਹੋਇਆ, ਰੱਬ ਦੀ ਯਾਦ ਹੋਈ ਨਾ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਤਾਕੇ ਹਿਰਦੇ ਵਸੇ। ਫਿਰ ਤੇਰਾ ਜਨਮ ਮਰਨ ਦਾ ਗੇੜ ਮੁੱਕ ਜਾਵੇਗਾ। ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ, ਮਨ ਕੀ ਮਨ ਹੀ ਮਾਹੇ ਰਹੀ। ਜੋ ਜੋ ਚਿਤਵਨੀਆਂ ਕੀਤੀਆਂ, ਵਾਸ਼ਨਾ ਦੇ ਫੁਰਨੇ ਕੀਤੇ, ਉਹ ਮਨੁੱਖ ਦੇ ਮਨ ਦੇ ਵਿੱਚ ਰਹਿ ਗਈਆਂ। ਨਾ ਹਰ ਭਜੇ ਨਾ ਤੀਰਥ ਸੇਵੇ। ਇਹ ਕੰਮ ਕਰਨਾ ਸੀ, ਨਾ ਹੀ ਕੀਤਾ।
ਨਾ ਹਰ ਭਜੇ, ਰੱਬ ਨੂੰ ਯਾਦ ਕਰਨਾ ਸੀ, ਯਾਦ ਨਹੀਂ ਕੀਤਾ। ਨਾ ਤੀਰਥ ਸੇਵੇ, ਧਾਰਮਿਕ ਅਸਥਾਨਾਂ ਤੇ ਜਾ ਕਰਕੇ ਬੰਦਗੀ ਕਰਨੀ ਸੀ। ਜਿਵੇਂ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋ, ਧਰਤੀ ਸਾਥ ਦਿੰਦੀ ਹੈ ਜੀ, ਧਰਤੀ ਦੀ ਵਾਈਬ੍ਰੇਸ਼ਨ ਬਣੀ ਹੁੰਦੀ ਹੈ। ਜਿੱਥੇ ਬਹੁਤਾ ਨਾਮ ਜਪਿਆ ਜਾਂਦਾ ਉੱਥੇ ਮਨ ਟਿਕਦਾ ਬਹੁਤ ਜ਼ਿਆਦਾ ਜੀ। ਤੁਸੀਂ ਖਿੰਡਿਆ ਪੁੰਡਿਆ ਮਨ ਹੋਵੇ ਨਾ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੋਵਰ ਤੇ ਕੰਢੇ ਤੇ ਬਹਿ ਕੇ ਕਿਤੇ ਬਾਣੀ ਪੜ੍ਹ ਕੇ ਕੀਰਤਨ ਸਰਵਣ ਕਰਕੇ ਵੇਖ ਲਿਓ, ਬਹੁਤ ਛੇਤੀ ਮਨ ਟਿਕੇਗਾ। ਸਤਿਗੁਰਾਂ ਜ਼ਿਕਰ ਕੀਤਾ ਵੀ ਇਹ ਕੰਮ ਕਰਨਾ ਸੀ, ਨਾ ਹਰ ਭਜੇ ਨਾ ਤੀਰਥ ਸੇਵੇ, ਪਰ ਤੂੰ ਦੋਵੇਂ ਕੰਮ ਨਹੀਂ ਕੀਤੇ। ਚੋਟੀ ਕਾਲ ਗਹੀ, ਤੇ ਜਿਹੜਾ ਤੇਰਾ ਸਮਾਂ ਨਿਜਤ ਸੀ ਮੌਤ, ਉਹ ਕਾਲ ਨੇ ਇੱਕ ਦਿਨ ਆਣ ਕੇ ਤੈਨੂੰ ਬੋਦੀਆਂ ਫੜ ਲੈਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਹੈ, ਮਾਮਸਰ ਮੂਏ ਅਜਰਾਇਲ ਗ੍ਰਿਪਤਾ ਹੈ, ਦਿਲ ਹੇਚ ਨਾ ਦਾਨੀ। ਕਿ ਸਿਰ ਦੇ ਕੇਸਾਂ ਨੂੰ ਮੌਤ ਦੇ ਫਰਿਸ਼ਤੇ ਨੇ ਫੜਿਆ ਹੋਇਆ, ਛੱਡਦਾ ਨਹੀਂ ਉਹ। ਬਸ ਜਦੋਂ ਆਖਰੀ ਸਾਹ ਦਾ ਸਮਾਂ ਆਉਂਦਾ ਉਹ ਕੁੱਟ ਲੈਂਦਾ ਤੇ ਆਤਮਾ ਨੂੰ ਕੱਢ ਕੇ ਲੈ ਜਾਂਦਾ। ਸੱਚੇ ਪਾਤਸ਼ਾਹ ਜ਼ਿਕਰ ਕਰਦੇ ਵੀ ਕਰਨ ਵਾਲੇ ਕੰਮ ਤੂੰ ਕੀਤੇ ਨਹੀਂ, ਤੇ ਚੋਟੀ ਕਾਲ ਗਹੀ, ਸਮਾਂ ਤੇਰਾ ਨਿਜਤ ਹੈ, ਮੌਤ ਰੂਪੀ ਕਾਲ ਨੇ ਆਣ ਕੇ ਤੈਨੂੰ ਫੜ ਕੇ ਲੈ ਜਾਣਾ ਹੈ। ਰਹਾਉ, ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਦਾਰਾ ਮੀਤ ਪੂਤ ਰਥ ਸੰਪਤ। ਵੇਖੋ ਹੁਣ ਸੱਚੇ ਪਾਤਸ਼ਾਹ ਜੀ ਮਨ ਕੀ ਮਨ ਹੀ ਮਾਹੇ ਰਹੀ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ। ਕੀ ਰੱਖਣਾ ਸੀ ਉਹ ਨਹੀਂ ਰੱਖਿਆ, ਨਾ ਹਰ ਭਜੇ ਨਾ ਤੀਰਥ ਸੇਵੇ। ਵੀ ਇਹ ਕੰਮ ਕਰਨਾ ਸੀ, ਇਹ ਨਹੀਂ ਮਨ ਵਿੱਚ ਰੱਖਿਆ। ਰੱਖਿਆ ਕੀ ਆ ਮਨ ਵਿੱਚ? ਉਹ ਹੈ ਦਾਰਾ, ਇਸਤਰੀ ਦੀ ਯਾਦ, ਮੀਤ ਮਿੱਤਰਾਂ ਸੰਬੰਧੀਆਂ ਦੀ ਯਾਦ, ਪੂਤ ਪੁੱਤਰਾਂ ਦੀ ਯਾਦ, ਰਥ ਜੋ ਤੇਰੇ ਕੋ ਸਾਧਨ ਹੈ, ਸੁੱਖ ਸਹੂਲਤਾਂ, ਸੰਪਤ ਜੋ ਪਦਾਰਥ, ਤੇ ਧਨ ਜੋ ਵੀ ਤੇਰੇ ਕੋਲ ਧਨ ਹੈ। ਵੇਖੋ ਸੱਚੇ ਪਾਤਸ਼ਾਹ ਜੀ ਨੇ ਕੁਝ ਕੁ ਦਾ ਜ਼ਿਕਰ ਕੀਤਾ ਵੀ ਮਨ ਦੇ ਵਿੱਚ ਸ਼ੁਰੂ ਵਾਲੀ ਤੁਕ ਵਿੱਚ ਕੇਵਲ ਰਮਜ ਹੈ, ਪਰ ਸ਼ਬਦ ਦੇ ਵਿੱਚ ਹੀ ਖੁਲਾਸਾ ਕੀਤਾ ਵੀ ਹੈ ਕੀ ਮਨ ਦੇ ਵਿੱਚ? ਇਸਤਰੀ ਦੀ ਯਾਦ, ਮਿੱਤਰਾਂ ਸੱਜਣਾ ਦੀ ਯਾਦ, ਪੁੱਤਰ ਦੀ ਯਾਦ, ਸਹੂਲਤਾਂ ਦੀ ਯਾਦ, ਸੰਪਤੀ ਧਨ ਦੀ, ਦਾਰਾ ਮੀਤ ਪੂਤ ਰਥ ਸੰਪਤ, ਇਹਨਾਂ ਦੀ ਯਾਦ ਤੇਰੇ ਮਨ ਵਿੱਚ ਹੈ। ਧਨ ਪੂਰਨ ਸਭ ਮਹੀ, ਤੇ ਧਨ ਦੀ ਯਾਦ ਆ, ਤੇ ਜਿਹੜੀ ਧਰਤੀ ਨੂੰ ਤੂੰ ਆਪਣੀ ਬਣਾਈ ਬੈਠਾ ਨਾ, ਇਹਨਾਂ ਪਦਾਰਥਾਂ ਨੂੰ, ਉਹ ਤੂੰ ਮਨ ਦੇ ਵਿੱਚ ਯਾਦ ਰੱਖੀ ਬੈਠਾ ਹੈ। ਅਵਰ ਸਗਲ ਮਿਥਿਆ ਏ ਜਾਨੋ। ਪਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਜਾਣ ਲੈ ਇਹ ਨਾਸਵੰਤ ਹੈ। ਇਹਨਾਂ ਦੀ ਯਾਦ ਹਿਰਦੇ ਵਿੱਚ ਵਸਾਵੇਂਗਾ ਤੇ ਨਾਸ ਤੇ ਤੂੰ ਹੋ ਜਾਣਾ, ਪਰ ਵਾਰ-ਵਾਰ ਤੈਨੂੰ ਨਾਸ ਕਰਨ ਵਾਸਤੇ ਇਹ ਜੂਨੀਆਂ ਦੇਣਗੇ। ਭਜਨ ਰਾਮ ਕੋ ਸਹੀ, ਇਸ ਕੰਮ ਨੂੰ, ਇਸ ਗੱਲ ਨੂੰ, ਇਸ ਚਿਤਵਨੀ ਨੂੰ ਮਨ ਦੇ ਵਿੱਚ ਵਸਾ। ਉਹ ਕੀ ਹੈ? ਭਜਨ ਰਾਮ ਕੋ ਸਹੀ, ਪਰਮੇਸ਼ਰ ਦਾ ਨਾਮ ਜਪ। ਫਿਰਤ ਫਿਰਤ ਬਹੁਤੇ ਜੁਗ ਹਾਰਿਓ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਤੂੰ ਬੜੀ ਵਾਰ ਆਇਆ ਤੇ ਇਹ ਚਿਤਵਨੀਆਂ ਕੀਤੀਆਂ ਤੇ ਬੜੀਆਂ ਜੂਨਾਂ ਭੋਗਦਾ ਰਿਹਾ। ਹੁਣ ਤੇਰੇ ਤੇ ਪਰਮੇਸ਼ਰ ਨੇ ਮਿਹਰ ਕੀਤੀ ਹੈ, ਜੁਗ ਹਾਰਿਓ। ਕਈ ਯੁੱਗ ਚੱਲਦੇ ਆਏ, ਤੈਨੂੰ ਗਲਤ ਚਿਤਵਨੀਆਂ ਕਰਦਾ ਰਿਹਾ, ਮਨ ਕੀ ਮਨ ਹੀ ਮਾਹੇ ਰਹੀ। ਤੂੰ ਮਨ ਦੇ ਵਿੱਚ ਗਲਤ ਫੁਰਨੇ ਕਰਦਾ ਰਿਹਾ, ਉਹ ਫਿਰ ਤੈਨੂੰ ਜੁਗਾਂ ਜੁਗਾਂਤਰਾਂ ਤੋਂ ਭ੍ਰਮਣ ਦੇ ਵਿੱਚ, ਜੂਨਾਂ ਦੇ ਵਿੱਚ ਪਾਈ ਫਿਰਦੇ ਆ ਰਹੇ ਹਨ। ਮਾਨਸ ਦੇਹ ਲਹੀ, ਹੁਣ ਤੈਨੂੰ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਾਨਸ ਦੇਹ ਲਹੀ,
ਤੈਨੂੰ ਫੇਰ ਪਰਮੇਸ਼ਰ ਨੇ ਇੱਕ ਮੌਕਾ ਦਿੱਤਾ, ਮਨੁੱਖਾ ਜਨਮ ਦਿੱਤਾ ਹੈ। ਨਾਨਕ ਕਹਿਤ ਮਿਲਨ ਕੀ ਬਰੀਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖੋ ਸਾਰੇ ਪ੍ਰਕਰਣ ਰਲ ਰਹੇ ਨਾ ਜੀ। ਸਿੱਧਾਂ ਨੇ ਪੁੱਛਿਆ ਸੀ ਵੀ ਕਵਣ ਮੂਲ ਤੇ ਕਵਣ ਮਤ ਵੇੜਾ, ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਇਹ ਸਾਰਾ ਮਨੁੱਖਾ ਜਨਮ ਹੀ ਗੁਰੂ ਦੀ ਮੱਤ ਲੈਣ ਦਾ, ਗੁਰੂ ਦੀ ਸਿੱਖਿਆ ਲੈਣ ਦਾ, ਗੁਰੂ ਦੀ ਯਾਦ ਵਿੱਚ ਜੁੜਨ ਦਾ ਹੀ ਵੇਲਾ। ਨਾਨਕ ਕਹਿਤ ਮਿਲਨ ਕੀ ਬਰੀਆ। ਸੱਚੇ ਪਾਤਸ਼ਾਹ ਮਹਾਰਾਜ ਕਿਉਂਕਿ ਮਾਨਸ ਦੇਹ ਲਹੀ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਇਸ ਕਰਕੇ ਮਿਲਨ ਕੀ ਬਰੀਆ। ਇਹ ਤੈਨੂੰ ਇਸ ਚਿਤਵਨੀ ਵਾਸਤੇ ਮਿਲਿਆ ਕਿ ਤੂੰ ਪਰਮੇਸ਼ਰ ਦਾ ਨਾਮ ਜਪ। ਸਿਮਰਤ ਕਹਾ ਨਹੀਂ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ, ਕਿਉਂ ਨਹੀਂ ਯਾਦ ਕਰਦਾ ਰੱਬ ਨੂੰ, ਕਿਉਂ ਨਹੀਂ ਨਾਮ ਜਪਦਾ। ਫੇਰ ਜੇ ਮਨ ਦੇ ਵਿੱਚ ਗਲਤ ਚਿਤਵਨੀਆਂ ਹੀ ਲੈ ਗਿਓ ਨਾ ਤੇ ਅਗਲਾ ਜਨਮ ਤੇਰਾ ਫੇਰ ਤੈਅ ਹੈ। ਜ਼ਰੂਰੀ ਨਹੀਂ ਵੀ ਤੈਨੂੰ ਅਗਲਾ ਜਨਮ ਮਨੁੱਖਾ ਵੀ ਮਿਲੇ। ਇਹ ਤੇਰੀਆਂ ਚਿਤਵਨੀਆਂ, ਇਹ ਤੇਰੀਆਂ ਵਾਸ਼ਨਾ ਤੇ ਡਿਪੈਂਡ ਕਰਦਾ, ਇਹ ਤੇਰੇ ਫੁਰਨਿਆਂ ਤੇ ਡਿਪੈਂਡ ਕਰੇਗਾ ਕਿ ਤੂੰ ਕੀ ਤੈਅ ਕਰ ਰਿਹਾ ਅਗਲੀ ਜੋਨ। ਇਸ ਕਰਕੇ ਸਿਮਰਤ ਕਹਾ ਨਹੀਂ, ਰੱਬ ਦਾ ਨਾਮ ਕਿਉਂ ਨਹੀਂ ਜਪਦਾ। ਸਤਿਗੁਰੂ ਕਿਰਪਾ ਮਿਹਰਾਮਤ ਕਰਨ ਸਾਡੇ ਸਾਰਿਆਂ ਤੇ, ਸਾਨੂੰ ਨਾਮ ਚੇਤਾ ਆਵੇ, ਸਾਨੂੰ ਗੁਰੂ ਚੇਤਾ ਆਵੇ, ਸਾਡਾ ਲੋਕ ਪਰਲੋਕ ਸਫਲਾ ਹੋ ਜਾਵੇ। ਮਨੁੱਖਾ ਬੁੱਧ ਹੀ ਹੈ ਜੀ। ਗੁਰ ਇਤਿਹਾਸ ਦੀ ਕਥਾ ਕਰਦਿਆਂ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ, ਕਿਉਂਕਿ ਬੇਅੰਤ ਦੇ ਬੋਲ ਦੀ ਉਹ ਵਿਆਖਿਆ ਕਰ ਰਿਹਾ ਜਿਹਦਾ ਅੰਤ ਹੋਣਾ। ਮੇਰਾ ਅੰਤ ਤੈਅ ਹੈ ਜੀ, ਤੇ ਮੈਂ ਬੇਅੰਤ ਦੀ ਕੀ ਵਿਆਖਿਆ ਕਰ ਸਕਦਾ, ਬੇਅੰਤ ਦੇ ਬੋਲਾਂ ਦੀ ਕੀ ਕਥਾ ਕਰ ਸਕਦਾ। ਜਿੰਨੀ ਕੋ ਰਹਿਮਤ, ਜਿੰਨੀ ਕੋ ਬਖਸ਼ਿਸ਼ ਸਤਿਗੁਰੂ ਆਪਣੇ ਸਿੱਖ ਨੂੰ ਬਖਸ਼ਿਸ਼ ਕਰਦੇ, ਉਹ ਓਨੀ ਕੋ ਕਰ ਸਕਦਾ। ਭੁੱਲਾਂ ਮੇਰੀਆਂ ਮੇਰੀ ਝੋਲੀ ਵਿੱਚ ਪਾ ਦਿਓ, ਗੁਰੂ ਦਾ ਉਪਦੇਸ਼ ਤੁਸੀਂ ਗ੍ਰਹਿਣ ਕਰ ਲਿਓ। ਸਤਿਗੁਰੂ ਮਿਹਰ ਕਰਨ ਸਾਡਾ ਸਾਰਿਆਂ ਦਾ ਲੋਕ ਪਰਲੋਕ ਸੁਹੇਲਾ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।